ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪੋ ਆਪਣਾ ਪਿਆਰ ਸਤਿਕਾਰ ਲੈ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਦੇ ਯਤਨ ਕਰ ਰਹੇ ਹਾਂ। ਸਤਿਗੁਰਾਂ ਨੇ ਮਿਹਰ ਦੀ ਨਜ਼ਰ ਕੀਤੀ ਹੈ, ਜਿਸ ਦੀ ਬਦੌਲਤ ਜਾਗੇ ਹੋਏ ਭਾਗਾਂ ਦੀ ਨਿਸ਼ਾਨੀ ਸਤਿਗੁਰਾਂ ਦੀ ਗੁਰਬਾਣੀ ਨੂੰ ਸੁਣਨਾ ਅਤੇ ਉਸ 'ਤੇ ਅਮਲ ਕਰਨਾ, ਇਹ ਚੰਗੇ ਜਾਗੇ ਹੋਏ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਕਿਰਪਾ ਦੇ ਨਾਲ ਇਹ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ। ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਉਸ 'ਤੇ ਅਮਲ ਕਰਕੇ ਮਨੁੱਖਤਾ ਦੀ ਜਿਹੜੀ ਜ਼ਿੰਦਗੀ ਹੈ, ਇਹ ਬੜੇ ਸੁਚੱਜੇ ਢੰਗ ਦੀ ਜ਼ਿੰਦਗੀ ਜਿਹੜੀ ਹੈ ਉਹ ਬਣ ਜਾਂਦੀ ਹੈ। ਜਿਹੜੇ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਜੁੜ ਬੈਠ ਕੇ ਅਮਲ ਨਹੀਂ ਕਰਦੇ ਕੁਛ, ਉਹ ਜਿੰਨਾ ਸਮਾਂ ਸਮਾਜ ਦੇ ਵਿੱਚ ਰਹਿੰਦੇ ਨੇ, ਸਮਾਜ ਦੇ ਕੰਡਿਆਂ ਦੀ ਤਰ੍ਹਾਂ ਚੁੱਭਦੇ ਰਹਿੰਦੇ ਹਨ ਅਤੇ ਉਸ ਤੋਂ ਬਾਅਦ ਜਦੋਂ ਚਲੇ ਜਾਂਦੇ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਬਹੁਤਾ ਚੇਤੇ ਨਹੀਂ ਕਰਦਾ। ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਇਹਨਾਂ ਨੂੰ ਦੁਨੀਆ ਰਹਿੰਦੀ ਤੋਂ ਵੀ ਸਜਦਾ ਹੁੰਦੀਆਂ ਨੇ ਜਦ ਕੋਲੇ ਹੁੰਦੇ ਨੇ। ਜਦੋਂ ਪੰਜ ਭੂ ਸਰੀਰ ਨੂੰ ਛੱਡ ਜਾਂਦੇ ਨੇ, ਇਹਨਾਂ ਨੂੰ ਸਜਦਾ ਫਿਰ ਵੀ ਹੁੰਦੀਆਂ ਨੇ। ਇਤਿਹਾਸ ਗਵਾਹ ਇਸ ਗੱਲ ਦਾ, ਇਤਿਹਾਸ ਇਸ ਗੱਲ ਦੀ ਬੜੀ ਗਵਾਹੀ ਭਰ ਰਿਹਾ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ, ਪਰਮੇਸ਼ਰ ਦੇ ਨਾਮ 'ਤੇ ਅਮਲ ਕੀਤਾ, ਉਹਨਾਂ ਦੀਆਂ ਅੱਜ ਤੱਕ ਵੀ ਗਾਥਾਵਾਂ ਹੁੰਦੀਆਂ ਨੇ। ਨਾਮ ਜਪਣ ਵਾਲੀ ਰੂਹ ਨੂੰ ਪਰਮਾਤਮਾ ਨੇ ਇੱਕ ਬਹੁਤ ਵੱਡਾ ਦਰਜਾ ਵੀ ਦਿੱਤਾ ਹੋਇਆ ਹੈ, ਜਿਹੜਾ ਖੁਦ ਪਰਮਾਤਮਾ ਵੱਲੋਂ ਦਿੱਤਾ ਹੋਇਆ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਜਿਹੜੇ ਹਰੀ ਦੇ ਸੇਵਕ ਨੇ ਪਰਮੇਸ਼ਰ ਦੇ, ਮਹਾਰਾਜ ਕਹਿੰਦੇ ਉਹ ਨਾਮ ਜਪਦੇ ਨੇ, ਸੇਵਾ ਸਿਮਰਨ ਬੰਦਗੀ ਕਰਦੇ ਨੇ, ਬਸ ਇਹੀ ਅਸਲੀ ਰੂਪ ਹੈ ਜਿਹੜੇ ਪਰਮਾਤਮਾ ਕਹਿੰਦੇ ਸਾਡਾ ਰੂਪ ਹੈ। ਹਰੀ ਦੇ ਜਨ ਵਿੱਚ ਅਤੇ ਹਰੀ ਪਰਮੇਸ਼ਰ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਇੱਕੋ ਹੀ ਨੇ। ਪਰ ਇਹ ਪ੍ਰਾਪਤੀਆਂ ਉਹਨਾਂ ਨੂੰ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਕੁਛ ਨਾ ਕੁਛ ਅਮਲ ਕੀਤਾ ਹੈ। ਕਈ ਵਾਰੀ ਮਨੁੱਖ ਗੁਰਬਾਣੀ ਨੂੰ ਜਿਹੜਾ ਹੈ ਇਹ ਕੰਨਾਂ ਤੱਕ ਹੀ ਸਹਿਮਤ ਰੱਖ ਲੈਂਦਾ ਹੈ ਕਿ ਕੇਵਲ ਇਕੱਲਾ ਸੁਣਨਾ ਹੈ, ਜਾਂ ਰਸਨਾ ਤੱਕ ਸਹਿਮਤ ਰੱਖ ਲੈਂਦਾ ਕਿ ਇਕੱਲਾ ਬੋਲਣਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ
ਜਿਹੜਾ ਮਨੁੱਖ ਨੇ ਭੋਜਨ ਛਕਣਾ ਹੈ ਉਹ ਕੇਵਲ ਤੇ ਕੇਵਲ ਜੀਭ ਦੇ ਸਵਾਦ ਤੱਕ ਸਹਿਮਤ ਨਹੀਂ ਹੁੰਦਾ। ਜੀਭ ਨੇ ਉਸ ਦਾ ਸਵਾਦ ਦੱਸਣਾ ਤੇ ਮਨੁੱਖ ਉਹਨੂੰ ਛਕ ਜਾਂਦਾ ਹੈ, ਪੇਟ ਵਿੱਚ ਲੰਘਾ ਜਾਂਦਾ ਹੈ। ਜਿਹੜਾ ਭੋਜਨ ਦੰਦਾਂ ਦੇ ਨਾਲ ਚੱਬਿਆ ਹੋਵੇ, ਜੀਭ ਨੇ ਸਵਾਦ ਦੱਸ ਦੇ ਤੇ ਭੋਜਨ ਮਨੁੱਖ ਬਾਹਰ ਸੁੱਟ ਦੇ, ਉਹਦੇ ਨਾਲ ਭੁੱਖ ਨਹੀਂ ਮਰਨ ਲੱਗੀ। ਭੋਜਨ ਕੇਵਲ ਜੀਭ ਦੇ ਸਵਾਦ ਤੱਕ ਸਹਿਮਤ ਨਹੀਂ ਰੱਖਣਾ, ਇਸ ਤੋਂ ਅੱਗੇ ਵੀ ਕੁਛ ਹੈ। ਗੁਰਬਾਣੀ ਕੇਵਲ ਤੇ ਕੇਵਲ ਕੰਨਾਂ ਤੱਕ ਸਹਿਮਤ ਨਹੀਂ ਰੱਖਣੀ, ਇਸ ਤੋਂ ਅਗਾਹਾਂ ਵੀ ਕੁਛ ਹੈ। ਜੇ ਸੁਣ ਲਿਆ ਤੇ ਇਹ ਨਾ ਹੋਵੇ ਕਿ ਸੁਣ ਕੇ ਕੰਨਾਂ ਨੂੰ ਤੇ ਸਵਾਦ ਆ ਗਿਆ, ਅੰਦਰ ਤੇ ਹਜੇ ਤੱਕ ਗੁਰੂ ਦਾ ਸ਼ਬਦ ਨਹੀਂ ਵਸਿਆ, ਤੇ ਵਸਾਉਣਾ ਤੇ ਅੰਦਰ ਸੀ। ਹਜੇ ਤੱਕ ਗੁਰਬਾਣੀ ਨੂੰ ਤੋਂ ਕੰਨਾਂ ਦਾ ਸਵਾਦ ਹੀ ਬਣਾਈ ਬੈਠਾ ਹੈ, ਇਸ ਤੋਂ ਅਗਾਹਾਂ ਵੀ ਕੁਛ ਹੈ। ਜੇ ਅਗਾਹਾਂ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨਾਂ ਨੂੰ ਲੈ ਕੇ ਜਾਵੇਗਾ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭੁੱਖ ਉਸੇ ਮਨੁੱਖ ਦੀ ਮਿਟਦੀ ਹੈ ਜਿਹਦੇ ਗਲ ਤੋਂ ਥੱਲੇ ਭੋਜਨ ਚਲਿਆ ਜਾਵੇ। ਗੁਰਬਾਣੀ ਦੀ ਜਿੰਨੀ ਪਿਆਸ ਮਨੁੱਖ ਨੂੰ ਲੱਗੀ ਹੈ ਪਰਮਾਤਮਾ ਦੇ ਦਰਸ਼ਨਾਂ ਦੀ, ਇਹ ਉਸੇ ਦਿਨ ਹੀ ਮਿਟਦੀ ਹੈ ਜਦੋਂ ਸਰਵਣਾ ਰਾਹੀ ਮਨੁੱਖ ਦੇ ਅੰਦਰ ਚਲੀ ਜਾਵੇ, ਗੁਰੂ ਦਾ ਸ਼ਬਦ ਚਲਿਆ ਜਾਵੇ। ਗੁਰੂ ਦੇ ਸ਼ਬਦ ਨੇ ਅੰਦਰ ਜਾ ਕੇ ਪ੍ਰਕਾਸ਼ਮਾਨ ਹੋ ਜਾਣਾ ਹੈ। ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਚਾਨਣਾ ਹੀ ਚਾਨਣਾ ਨਜ਼ਰ ਆਉਣਾ ਹੈ। ਅਗਰਵਾਈਜ਼ ਜੇ ਅਗਾਹਾਂ ਨਾ ਗਿਆ ਗੁਰੂ ਦਾ ਸ਼ਬਦ ਤੇ ਤੇਰੇ ਕੰਨਾਂ ਦੇ ਸਵਾਦ ਤੱਕ ਹੀ ਸਹਿਮਤ ਰਹਿ ਜਾਣਾ ਹੈ। ਫਿਰ ਇਹਨਾਂ ਕੰਨਾਂ ਨੇ ਮਹਾਰਾਜ ਕਹਿੰਦੇ ਜਿੰਨੀ ਦੇਹੀ ਮੱਖਣਾ ਦੇ ਨਾਲ ਪਾਲੀ ਹੈ, ਸਭ ਦੀ ਸਭ ਸੋ ਤਨ ਜਲੈ ਕਾਠ ਕੈ ਸੰਗੈ, ਇਹਦੇ ਸੰਗ ਜਾਲੇ ਜਾਣੇ ਨੇ। ਜਿੰਨੇ ਤੇਰੀ ਦੇਹੀ ਦੇ ਗਿਆਨ ਇੰਦਰੇ ਨੇ, ਇਹਨਾਂ ਗਿਆਨ ਇੰਦਰੀਆਂ ਤੋਂ ਪੂਰਨ ਰੂਪ ਦੇ ਵਿੱਚ ਲਾਹਾ ਪ੍ਰਾਪਤ ਕਰ। ਔਰ ਇਹਨਾਂ ਤੋਂ ਲਾਹਾ ਐਸਾ ਪ੍ਰਾਪਤ ਕਰ ਤਾਂ ਕਿ ਜਿਹੜੀ ਤੇਰੀ ਪਰਲੋਕ ਦੀ ਦੁਨੀਆ ਹੈ ਇਹ ਸਵਰ ਜੇ। ਲੋਕ ਦੀ ਦੁਨੀਆ ਤੇ ਸਵਾਰੀ ਬੈਠਾ, ਘਰ ਮਕਾਨ ਬੰਗਲੇ ਔਲਾਦ ਕੁਟੁੰਬ ਸਭ ਕੁਛ ਤੇਰੇ ਕੋਲ ਹੈ। ਇਹ ਤਾਂ ਮਨੁੱਖ ਨੂੰ ਲੋਕ ਦੀ ਦੁਨੀਆ ਦੇ ਵਿੱਚ ਚਾਹੀਦਾ। ਔਲਾਦ ਹੋਵੇ, ਘਰ ਮਕਾਨ ਹੋਵੇ, ਧਨ ਹੋਵਨ, ਪਦਾਰਥ ਹੋਵੇ, ਬੜਾ ਕੁਛ ਲੋਕ ਦੀ ਦੁਨੀਆ ਤੱਕ। ਪਰ ਲੋਕ ਦੀ ਦੁਨੀਆ ਦੇ ਵਿੱਚ ਤੇ ਇਹਦੇ ਵਿੱਚੋਂ ਰੱਤੀ ਭਰ ਵੀ ਕੁਛ ਨਾਲ ਨਹੀਂ ਜਾਣਾ। ਇਹ ਤਾਂ ਸਾਰੇ ਦਾ ਸਾਰਾ ਸੰਸਾਰ ਦੇ ਵਿੱਚ ਹੀ ਛੱਡ ਜਾਣਾ ਹੈ। ਜਦੋਂ ਸਭ ਕੁਛ ਇੱਥੇ ਛੱਡਣਾ ਤੇ ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਪਰਮਾਤਮਾ ਦੇ ਗੁਰਮੁਖ ਜਿਹੜੇ ਨੇ ਉਹ ਲਾਹਾ ਲੈਂਦੇ ਨੇ, ਮਨਮੁਖ ਬੰਦੇ ਲਾਹਾ ਨਹੀਂ ਪ੍ਰਾਪਤ ਕਰ ਸਕਦੇ। ਪਰਮਾਤਮਾ ਦੇ ਦਰਸ਼ਨਾਂ ਨੂੰ ਹਮੇਸ਼ਾ ਇਸ ਗੁਰਸਿੱਖ ਦੇ ਅੰਦਰੋਂ ਹਿਰਦੇ 'ਚੋਂ ਆਵਾਜ਼ ਆਉਂਦੀ ਹੈ ਕਿ ਪਰਮਾਤਮਾ ਦੇ ਦਰਸ਼ਨ ਦੀਦਾਰੇ ਹੋ ਜਾਣ ਤੇ ਪਰਮਾਤਮਾ ਦੇ ਕੁਝ ਨਾ ਕੁਝ ਬਚਨ ਜਿਹੜੇ ਨੇ ਉਹ ਸੁਣੇ ਜਾਣ। ਤੇ ਇਸ ਦੇ ਵਿੱਚ ਕਰਮ ਸਭ ਤੋਂ ਬਲਵਾਨ ਮੰਨੇ ਗਏ ਨੇ। ਕੀਏ ਬਿਨ ਲਾਗੇ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਸਭ ਤੋਂ ਵੱਡੀ ਗੱਲ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਨਹਾਰ। ਜਿਹੜੇ ਕਰਮ ਨੇ ਸਤਿਗੁਰਾਂ ਨੇ ਦੱਸੇ ਨੇ, ਇਹੀ ਮਨੁੱਖਤਾ ਦਾ ਮੇਲ ਮਿਲਾਪ ਕਰਵਾਉਂਦੇ ਨੇ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ।
ਪੂਰਬਲੇ ਕਰਮਾਂ ਕਰਕੇ ਤੈਨੂੰ ਮਾਂ ਬਾਪ ਮਿਲੇ ਨੇ, ਭੈਣ ਭਾਈ ਮਿਲੇ ਨੇ, ਰਿਸ਼ਤੇਦਾਰ ਮਿਲੇ ਨੇ, ਸਭ ਕੁਛ ਕਰਮ ਮਿਲਾਵਨਹਾਰ। ਇਸ ਕਰਮਾਂ ਨੂੰ ਇਹ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਨੇ ਕਿਹਾ ਕਿ ਕਰਮ ਮਿਲਾਉਂਦੇ ਨੇ। ਜੀਵ ਤੇ ਇਸ ਸੰਸਾਰ ਦੇ ਵਿੱਚ ਆਉਂਦੇ ਹੀ ਕਰਮਾਂ ਦੇ ਵਜੇ ਹੋਏ ਨੇ, ਕਰਮਾਂ ਦੇ ਵਜੇ ਆਏ ਨੇ, ਤੇ ਕਰਮ ਹੀ ਇਹਨਾਂ ਨੂੰ ਮਿਲਾਉਂਦੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਤਨੇ ਤੂੰ ਕਰਮ ਕਰਦਾ ਹੈ ਇਹ ਸਭ ਦੇ ਸਭ ਕਰਮ ਧਰਮ ਪਾਖੰਡ ਜੋ ਦਿਸੈ, ਜੇ ਪਾਖੰਡ ਦੇ ਰੂਪ ਦੇ ਵਿੱਚ, ਖੰਡਤ ਦੇ ਰੂਪ ਦੇ ਵਿੱਚ ਕਰੇਗਾ ਤੇ ਸਭ ਦੇ ਸਭ ਲੁੱਟੇ ਜਾਣੇ ਨੇ। ਪਰ ਮਿਲਣਾ ਉਹੀ ਹੈ ਜੋ ਕਰਮ ਹੈ। ਭਗਵਾਨ ਕ੍ਰਿਸ਼ਨ ਤੇ ਸੁਦਾਮਾ ਇੱਕੋ ਗੁਰੂ ਦੇ ਕੋਲ ਪੜ੍ਹਦੇ ਹੁੰਦੇ ਸੀ। ਉਹਨਾਂ ਸਮਿਆਂ ਦਾ ਜ਼ਮਾਨਾ ਜਿਹੜੇ ਸਿੱਖਾਂ ਦੇ ਬੱਚੇ ਹੁੰਦੇ ਸੀ ਉਹ ਗੁਰਦੁਆਰਿਆਂ ਦੇ ਵਿੱਚ ਪੜ੍ਹਦੇ ਸੀ, ਹਿੰਦੂਆਂ ਦੇ ਬੱਚੇ ਮੰਦਰਾਂ ਦੇ ਵਿੱਚ ਪੜ੍ਹਦੇ ਸੀ, ਮਹਾਂਡਣ ਧਰਮ ਦੇ ਬੱਚੇ ਮਸੀਤਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ। ਤੇ ਭਗਵਾਨ ਕ੍ਰਿਸ਼ਨ ਤੇ ਸੁਦਾਮਾ ਵੀ ਇਕੱਠੇ ਪੜ੍ਹਦੇ ਹੁੰਦੇ ਸੀ ਦੋਨੋਂ। ਇੱਕ ਦਿਨ ਕੀ ਹੋਇਆ, ਸੁਦਾਮਾ ਪੜ੍ਹਨ ਵਾਸਤੇ ਗਿਆ ਤੇ ਆਪਣੇ ਘਰੋਂ ਜਾਂਦਾ ਜਾਂਦਾ ਚੌਲ ਲੈ ਗਿਆ ਨਾਲ। ਚੌਲ ਲਿਜਾ ਕੇ, ਠੰਡ ਦਾ ਮੌਸਮ ਸੀ ਤੇ ਭਗਵਾਨ ਕ੍ਰਿਸ਼ਨ ਕੋਲੇ ਬੈਠੇ ਨੇ, ਉਹਨਾਂ ਤੋਂ ਲੁਕੋ ਕੇ ਖਾਣ ਲੱਗ ਗਿਆ। ਜਦੋਂ ਲੁਕੋ ਕੇ ਖਾਣ ਲੱਗਿਆ ਨਾ ਤੇ ਹੁਣ ਚੌਲਾਂ ਦੇ ਖੜਾਕ ਤਾਂ ਹੋਣਾ ਸੀ, ਤੇ ਜਦੋਂ ਚੌਲ ਖੜਕਣ ਸੁਦਾਮੇ ਦੀ ਜਾੜ ਦੇ ਵਿੱਚ, ਭਗਵਾਨ ਕ੍ਰਿਸ਼ਨ ਕਹਿਣ ਲੱਗੇ ਸੁਦਾਮਿਆ ਕੀ ਖਾਈ ਜਾਂਦਾ? ਕਹਿੰਦੇ ਜੀ ਠੰਡ ਦਾ ਮੌਸਮ ਹੈ, ਠੰਡ ਦੇ ਕਾਰਨ ਕਰਕੇ ਕਹਿੰਦਾ ਮੇਰੇ ਦੰਦ ਆਪਸ ਵਿੱਚ ਦੀ ਵੱਜਦੇ ਨੇ, ਹੋਰ ਮੈਂ ਖਾਣਾ ਕੀ ਹੈ? ਹੋਰ ਮੈਂ ਕੀ ਖਾਣਾ ਹੈ? ਚਲੋ ਭਗਵਾਨ ਕ੍ਰਿਸ਼ਨ ਚੁੱਪ ਕਰ ਗਏ। ਦੂਜੀ ਵਾਰ ਫੇਰ ਥੋੜ੍ਹਾ ਜਿਹਾ ਸਮਾਂ ਲੰਘਿਆ, ਉਹਨੇ ਸੋਚਿਆ ਵੀ ਹੁਣ ਤਾਂ ਕ੍ਰਿਸ਼ਨ ਭੁੱਲ ਗਏ ਹੋਣੇ ਆ, ਦੁਬਾਰੇ ਫੇਰ ਚੌਲ ਖਾਣੇ ਸ਼ੁਰੂ ਕਰਤੇ। ਜਦੋਂ ਚੌਲ ਖਾਣੇ ਦੁਬਾਰੇ ਸ਼ੁਰੂ ਕੀਤੇ, ਭਗਵਾਨ ਕ੍ਰਿਸ਼ਨ ਨੇ ਫੇਰ ਪੁੱਛਿਆ, ਕਹਿੰਦੇ ਸੁਦਾਮਿਆ ਕੀ ਖਾਈ ਜਾਂਦਾ? ਕਹਿੰਦੇ ਜੀ ਖਾਂਦਾ ਕੁਛ ਨਹੀਂ ਮੈਂ, ਠੰਡ ਦੇ ਕਾਰਨ ਕਰਕੇ ਕਹਿੰਦਾ ਮੇਰੇ ਦੰਦ ਇੱਕ ਦੂਸਰੇ ਨਾਲ ਵੱਜਦੇ ਨੇ। ਫਿਰ ਉਹ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ, ਕਹਿੰਦੇ ਸੁਦਾਮਿਆ ਕੀ ਗੱਲ? ਕਹਿੰਦੇ ਚੌਲ ਲੁਕੋ ਕੇ ਖਾਈ ਜਾਂਦਾ, ਕਿਉਂ ਸੁਦਾਈਆਂ ਵਾਲੀ ਗੱਲ ਕਰਦਾ? ਚੌਲ ਹੀ ਹੈ, ਤੂੰ ਸਾਡੇ ਸਾਹਮਣੇ ਖਾ ਲੈ। ਪਰ ਸਹੀ ਮੇਣਿਆਂ ਦੇ ਵਿੱਚ ਮਰਜ਼ਾਦਾ ਇਹ ਸੀ, ਸੰਸਾਰ ਦੀ ਮਰਜ਼ਾਦਾ, ਕਿ ਵੰਡ ਕੇ ਛਕਣੀ ਹੈ। ਇਹ ਸੰਸਾਰ ਦੀ ਮਰਜ਼ਾਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਇਹ ਮਰਜ਼ਾਦਾ ਜਿਹੜੀ ਹੈ ਪਹਿਲਾਂ ਲਾਗੂ ਕੀਤੀ ਹੈ। ਕਹਿੰਦੇ ਤਾਂ ਸਾਰੇ ਸੀਗੇ ਕਿ ਵੰਡ ਕੇ ਛਕਣਾ ਹੈ, ਪਰ ਕੋਈ ਵੰਡ ਕੇ ਛਕਦਾ ਨਹੀਂ ਸੀ ਬਿਨਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਮਰਜ਼ਾਦਾ ਸੰਸਾਰ ਦੇ ਵਿੱਚ ਲਾਗੂ ਕੀਤੀ ਹੈ ਕਿ ਗੁਰਸਿੱਖਾ ਜੋ ਵੀ ਤੈਨੂੰ ਮਿਲੇ ਉਹਨੂੰ ਤੋਂ ਵੰਡ ਕੇ ਛਕਣਾ ਹੈ, ਇਕੱਲਿਆਂ ਨਹੀਂ ਛਕਣਾ। ਔਰ ਜੇ ਨਾ ਵੰਡ ਕੇ ਛਕੇਗਾ ਫਿਰ ਆਪੇ ਦੇਖ ਲਈ ਕਿ ਤੇਰੀ ਜ਼ਿੰਦਗੀ ਦਾ ਹਾਲ ਕੀ ਹੋਣਾ ਹੈ। ਮਰਜ਼ਾਦਾ ਪੁਰਸ਼ੋਤਮ ਤੇ ਇਹ ਹੈ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਸੁਦਾਮਿਆ ਆਪਾਂ ਇੱਕ ਦੂਜੇ ਦੇ ਮਿੱਤਰ, ਆਪਾਂ ਵੰਡ ਕੇ ਛਕਣਾ ਸੀ, ਪਰ ਚੌਲ ਹੀ ਹੈ ਤੂੰ ਖਾ ਲੈ, ਕੋਈ ਗੱਲ ਨਹੀਂ। ਦਿਨ ਪਏ, ਕ੍ਰਿਸ਼ਨ ਜੀ ਤੇ ਬਣ ਗਏ ਭਗਵਾਨ ਰਾਜੇ, ਤੇ ਸੁਦਾਮਾ ਸੀ ਜਿਹੜਾ ਉਹ ਬਣ ਗਿਆ ਅੱਤ ਦਾ ਗਰੀਬ।
ਇਹ ਐਵੇਂ ਨਹੀਂ ਬਣਿਆ ਸੀ। ਧਾਰਮਿਕ ਅਸਥਾਨ 'ਤੇ ਪੜ੍ਹਦੇ ਪੜ੍ਹਦੇ ਭਗਵਾਨ ਕ੍ਰਿਸ਼ਨ ਨੇ ਇਹਨੂੰ ਬਚਨ ਕੀਤੇ ਸੀ, ਤਾਂ ਇਹ ਇੰਨਾ ਗਰੀਬ ਬਣਿਆ ਸੀ ਸੁਦਾਮਾ, ਤਾਂ ਇੰਨਾ ਬਣਿਆ ਸੀ। ਅਸਲੀ ਮਰਿਆਦਾ ਤੇ ਇਹ ਹੈ ਕਿ ਵੰਡ ਕੇ ਛਕਣਾ, ਪਰ ਤੂੰ ਇਕੱਲਾ ਛਕ ਲੈ। ਉਹ ਚੌਲ ਸੀ ਜਿਹੜੇ ਸੁਦਾਮਾ ਛਕ ਗਿਆ ਤੇ ਸਮਾਂ ਪਿਆ, ਗਰੀਬ ਬਣ ਗਿਆ, ਭਗਵਾਨ ਕ੍ਰਿਸ਼ਨ ਰਾਜੇ ਬਣ ਗਏ। ਘਰੋਂ ਭਗਵਾਨ ਨੇ ਕਿਹਾ ਕਹਿੰਦੇ ਜਾਓ, ਤੁਹਾਡਾ ਮਿੱਤਰ ਐਡਾ ਵੱਡਾ ਰਾਜਾ ਹੈ, ਤੁਸੀਂ ਕੁਛ ਮੰਗ ਕੇ ਲੈ ਆਓ ਤੋਂ। ਕਹਿੰਦੇ ਮਿੱਤਰ ਕੋਲ ਖਾਲੀ ਹੱਥ ਕੀ ਜਾਵਾਂਗਾ, ਹੁਣ ਮੈਂ ਕੁਛ ਲੈ ਜਾਵਾਂ। ਕਹਿੰਦੇ ਚੱਲ ਆ ਚੌਲ ਲੈ ਜਾਓ। ਸੁਦਾਮੇ ਦੇ ਹੋਰ ਭਾਵੇਂ ਕੁਛ ਘਰ ਵਿੱਚ ਹੋਵੇ ਚਾਹੇ ਨਾ ਹੋਵੇ, ਪਰ ਜਿਹੜਾ ਭਗਵਾਨ ਕ੍ਰਿਸ਼ਨ ਵਾਸਤੇ ਉਹਨੇ ਬੰਨੇ ਸੀ ਆਪਣੇ ਪੱਲੇ ਨਾਲ ਚੌਲ ਬੰਨ੍ਹ ਕੇ ਲਗਿਆ ਸੀ। ਕਰਮ ਮਿਲਾਵਨਹਾਰ, ਕਿਉਂਕਿ ਜਿਹੜੇ ਚੌਲ, ਜਿੰਨੇ ਚੌਲ ਉਹਨਾਂ ਨੇ ਭਗਵਾਨ ਕ੍ਰਿਸ਼ਨ ਦੇ ਕਲਾਸ ਦੇ ਵਿੱਚ ਖਾਧੇ ਸੀ, ਉਹਨੇ ਵਾਪਸ ਵੀ ਤਾਂ ਦੇਣੇ ਸੀ ਨਾ। ਜੇ ਤਾਂ ਉਦੋਂ ਹੀ ਦੇ ਦਿੰਦਾ ਫਿਰ ਤੇ ਕੁਛ ਗੱਲ ਵੱਖਰੀ ਸੀ, ਦੇਣੇ ਤਾਂ ਪਏ, ਪਰ ਅੱਜ ਸਮਾਂ ਪੈ ਗਿਆ ਅੱਤ ਦਾ ਗਰੀਬ, ਬਹੁਤ ਵੱਡੀ ਗਰੀਬੀ। ਚਲਿਆ ਗਿਆ ਸੁਦਾਮਾ ਭਗਵਾਨ ਕ੍ਰਿਸ਼ਨ ਦੇ ਦੁਆਰੇ ਤੇ, ਆਵਾਜ਼ ਮਾਰੀ। ਚਲੋ ਪਹਿਰੇਦਾਰਾਂ ਨੇ ਵੀ ਉਹਦਾ ਕਾਫੀ ਵਾਰੀ ਉਹਨੂੰ ਤੱਕਿਆ, ਮੋੜਿਆ, ਪਰ ਨਹੀਂ ਮੁੜਿਆ। ਪਹਿਰੇਦਾਰ ਨੇ ਜਾ ਕੇ ਦੱਸਿਆ, ਕਹਿੰਦੇ ਜੀ ਫਟੇ ਪੁਰਾਣੇ ਕੱਪੜੇ ਨੇ ਤੇ ਕੋਈ ਆਇਆ ਤੁਹਾਨੂੰ ਯਾਦ ਕਰਦਾ, ਕਹਿੰਦੇ ਮੈਂ ਭਗਵਾਨ ਕ੍ਰਿਸ਼ਨ ਨੂੰ ਮਿਲਣਾ। ਕਹਿੰਦੇ ਉਹਦਾ ਨਾਮ ਕੀ ਹੈ? ਕਹਿੰਦੇ ਜੀ ਉਹਦਾ ਨਾਮ ਭਾਈ ਸੁਦਾਮਾ ਦੱਸਦਾ ਹੈ। ਤੇ ਭਗਵਾਨ ਕ੍ਰਿਸ਼ਨ ਦੇ ਯਾਦ ਸੀ ਸੁਦਾਮੇ ਨੂੰ। ਦੁਨੀਆਦਾਰੀ ਦੇ ਵਿੱਚ ਦੋ ਜਗ੍ਹਾ 'ਤੇ ਪਈ ਹੋਈ ਦੋਸਤੀ ਕਦੇ ਟੁੱਟਦੀ ਨਹੀਂ ਹੈ। ਇੱਕ ਤਾਂ ਸਕੂਲ ਦੇ ਵਿੱਚ ਤੇ ਦੂਜੀ ਜੇਲ੍ਹ ਦੇ ਵਿੱਚ, ਦੋ ਜਗ੍ਹਾ 'ਤੇ। ਮਰਦੇ ਦਮ ਤੱਕ ਮਨੁੱਖ ਬੰਦਾ ਯਾਦ ਰੱਖਦਾ, ਨਾ ਆਪਣਾ ਸਕੂਲ ਭੁੱਲੇ, ਨਾ ਆਪਣੇ ਸਕੂਲ ਦੇ ਨਾਲ ਜਿਹੜੇ ਹਾਣੀ ਇਸ ਦੇ ਪੜ੍ਹਦੇ ਹੁੰਦੇ ਸੀ ਉਹ ਸਮਾਂ ਭੁੱਲੇ ਤੇ ਹਾਣੀਆਂ ਨੂੰ ਭੁੱਲੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਸ ਵਕਤ ਉਹ ਸਕੂਲ ਪੜ੍ਹਦਾ ਸੀ, ਉਸ ਵਕਤ ਮਨੁੱਖ ਦੀ ਬੁੱਧੀ ਉਹੋ ਜਿਹੀ ਸੀ, ਉਹ ਬੁੱਧੀ ਦੇ ਅਨੁਸਾਰ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਲਗਾਓ ਹੋ ਗਿਆ ਦੁਬਾਰੇ ਟੁੱਟਦਾ ਨਹੀਂ ਹੈ। ਦੋ ਹੀ ਜਗ੍ਹਾ 'ਤੇ ਭਗਵਾਨ ਕ੍ਰਿਸ਼ਨ ਦੇ ਯਾਦ ਸੀ। ਜਦੋਂ ਸੁਦਾਮੇ ਦਾ ਨਾਮ ਲੈਤਾ ਤੇ ਆ ਗਏ ਬਾਹਰ। ਸੁਦਾਮੇ ਨੂੰ ਪੁੱਛਿਆ, ਕੋਲ ਬੈਠ ਗਏ ਭਗਵਾਨ ਕ੍ਰਿਸ਼ਨ। ਕਹਿੰਦੇ ਪੱਲੇ ਕੀ ਬੰਨ੍ਹ ਕੇ ਲੈ ਕੇ ਆਏ? ਸੁਦਾਮਾ ਕਹਿੰਦਾ ਚੌਲ ਬੰਨ੍ਹ ਕੇ ਲੈ ਕੇ ਆਏ। ਚੌਲ ਲੈ ਕੇ ਆਏ? ਕਹਿੰਦੇ ਰਾਜੇ ਵਾਸਤੇ? ਕਹਿੰਦੇ ਹਾਂ। ਭਗਵਾਨ ਕ੍ਰਿਸ਼ਨ ਸੁਦਾਮੇ ਦੇ ਘਰੇ ਆਪਣਾ ਰੂਪ ਬਦਲ ਕੇ ਪਹਿਲਾਂ ਵੀ ਜਾ ਚੁੱਕੇ ਸੀ। ਰੂਪ ਬਦਲ ਕੇ ਸਿੱਧੇ ਨਹੀਂ ਗਏ ਸੀ ਭਗਵਾਨ ਕ੍ਰਿਸ਼ਨ। ਉਸ ਵਕਤ ਭਾਈ ਸੁਦਾਮਾ ਘਰੇ ਹੈ ਨਹੀਂ ਸੀ, ਤੇ ਜਦੋਂ ਘਰੇ ਹੈ ਨਹੀਂ ਸੀ ਸੁਦਾਮੇ ਦੇ, ਇਹ ਬ੍ਰਾਹਮਣ ਰੂਪ ਧਾਰਨ ਕਰਕੇ ਗਏ ਤੇ ਸੁਦਾਮੇ ਦੇ ਘਰ ਵਾਲੀ ਨੂੰ ਕਹਿਣ ਲੱਗੇ, ਕਹਿੰਦੇ ਤੂੰ ਕਿਸ ਦੇ ਨਾਲ ਸ਼ਾਦੀ ਕਰਵਾਈ ਹੈ? ਕਹਿੰਦੇ ਇਹਦੇ ਘਰੇ ਤੇ ਕੋਈ ਅਨਾਜ ਹੀ ਹੈ ਨਹੀਂ, ਕੋਈ ਚੰਗਾ ਘਰ ਮਕਾਨ ਨਹੀਂ, ਛੰਨ ਪਾਈ ਹੋਈ ਹੈ। ਕਹਿੰਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਮਕਾਨ ਨੇ, ਧਨ ਪਦਾਰਥ ਬਹੁਤੇ ਨੇ। ਕਹਿੰਦੇ ਤੂੰ ਸੁਦਾਮੇ ਨੂੰ ਛੱਡ ਦੇ ਤੇ ਮੇਰੇ ਨਾਲ ਚੱਲ। ਬ੍ਰਾਹਮਣ ਦੇ ਰੂਪ ਦੇ ਵਿੱਚ ਉਹ ਸੁਦਾਮੇ ਦੇ ਜੇ ਘਰ ਵਾਲੀ ਨੇ ਜਿਹੜਾ ਜਵਾਬ ਦਿੱਤਾ ਸੀ ਨਾ ਅੱਗਿਓਂ, ਬਾ ਕਮਾਲ ਜਵਾਬ ਸੀ ਉਸ ਦਾ। ਉਹ ਕਹਿਣ ਲੱਗੀ ਮੇਰੇ ਕੋਲ ਚੰਗੇ ਬਸਤਰ ਨਹੀਂ, ਸਾਡੇ ਕੋਲ ਘਰ ਮਕਾਨ ਨਹੀਂ ਹੈ, ਸਾਡੇ ਘਰ ਦੇ ਵਿੱਚ ਖਾਣ ਪੀਣ ਵਾਸਤੇ ਕੋਈ ਅਨਾਜ ਵੀ ਨਹੀਂ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਪਰ
ਜਿੰਨਾ ਟਾਈਮ ਸੁਦਾਮਾ ਮੇਰੇ ਕੋਲ ਹੈਗਾ, ਸਾਰੀ ਦੁਨੀਆ ਦੀਆਂ ਖੁਸ਼ੀਆਂ ਉਸ ਵਕਤ ਮੇਰੀ ਝੋਲੀ ਦੇ ਵਿੱਚ ਨੇ। ਸੁਦਾਮਾ ਤੇ ਹੈਗਾ ਨਾ ਮੇਰੇ ਵਾਸਤੇ। ਗੁਰਬਾਣੀ ਨੇ ਇੱਕ ਸ਼ਬਦ ਆਖਿਆ ਹੈ, ਸਤਿਗੁਰਾਂ ਦਾ ਸ਼ਬਦ ਹੈ, ਰੂਪੋ ਭੋਜਨ ਭੂਮ ਸੈਨ। ਸਖੀ ਪਿਰ ਸੰਗ ਸੂਖ ਬਿਹਾਵੈ। ਰੂਪੋ ਭੋਜਨ ਭੂਮ ਸੈਨ। ਕਹਿੰਦੇ ਤੁਹਾਡੇ ਕੋਲ ਰੰਗ ਰੂਪ ਵੀ ਬਹੁਤਾ ਨਾ ਹੋਵੇ, ਭੋਜਨ ਵੀ ਬਹੁਤਾ ਨਾ ਹੋਵੇ, ਰਹਿਣ ਵਾਸਤੇ ਧਰਤੀ ਵੀ ਨਾ ਹੋਵੇ, ਤੇ ਕੋਈ ਗੱਲ ਨਹੀਂ। ਸਖੀ ਪਿਰ ਸੰਗ ਸੂਖ ਬਿਹਾਵੈ। ਪਿਰ ਕਹਿੰਦੇ ਨੇ ਪਤੀ ਨੂੰ। ਜਿਸ ਔਰਤ ਦੇ ਕੋਲ ਕੁਛ ਵੀ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਉਹਦੇ ਕੋਲ ਉਹਦਾ ਪਤੀ ਹੈਗਾ ਤੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਉਹਦੇ ਕੋਲ ਨੇ। ਇਹ ਗੁਰੂ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ। ਮੈਂ ਦੁਆਰੇ ਫਿਰ ਦੁਹਰਾ ਦੇਵਾਂ, ਰੂਪੋ ਭੋਜਨ ਭੂਮ ਸੈਨ, ਸਖੀ ਪਿਰ ਸੰਗ ਸੂਖ ਬਿਹਾਵੈ। ਸਖੀ ਪਿਰ ਸੰਗ ਸੂਖ ਬਿਹਾਵੈ। ਕੁਛ ਵੀ ਨਾ ਹੋਵੇ ਤੇਰੇ ਕੋਲੇ, ਫਿਰ ਵੀ ਮਹਾਰਾਜ ਕਹਿੰਦੇ ਜੇ ਪਿਰ ਤੇਰਾ ਪਤੀ ਤੇਰੇ ਕੋਲ ਹੈ, ਸੂਖ ਬਿਹਾਵੈ, ਕੋਈ ਇਹੋ ਜਿਹਾ ਸੁੱਖ ਹੀ ਹੈ ਨਹੀਂ ਜਿਹੜਾ ਤੇਰੀ ਝੋਲੀ ਦੇ ਵਿੱਚ ਨਾ ਪਵੇ। ਸਭ ਕੁਛ ਮਿਲ ਜਾਣਾ। ਪਰ ਜੇ ਤੇਰੇ ਕੋਲੇ ਸਾਰਾ ਕੁਛ ਹੈਗਾ, ਦੋ ਅਰਥ ਨੇ ਇਸ ਪੰਗਤੀ ਦੇ। ਜੇ ਤੇਰੇ ਕੋਲ ਸਾਰਾ ਕੁਛ ਹੈਗਾ, ਧਨ ਵੀ ਹੈ, ਪਦਾਰਥ ਵੀ ਨੇ, ਘਰ ਮਕਾਨ ਬੰਗਲੇ, ਬੜਾ ਕੁਛ ਹੈ ਤੇਰੇ ਕੋਲ, ਜੇ ਤੇਰੇ ਕੋਲ ਤੇਰਾ ਪਤੀ ਨਹੀਂ ਹੈ ਤੇ ਪੂਰਨ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਕਦੇ ਪੈ ਨਹੀਂ ਸਕਦੀਆਂ। ਪੂਰਨ ਖੁਸ਼ੀਆਂ ਸਮਾਜ ਦੀਆਂ ਤੇਰੀ ਝੋਲੀ ਦੇ ਵਿੱਚ ਕਦੇ ਪੈਣਗੀਆਂ ਨਹੀਂ। ਇਹ ਜਿਹੜਾ ਕੋਈ ਆਨੰਦ ਕਾਰਜਾਂ ਦਾ ਸਮਾਂ ਹੁੰਦਾ ਹੈ, ਇਹ ਠੀਕ ਹੈ ਵੀ ਦੁਨੀਆਦਾਰੀ ਤੇ ਹੁਣ ਹੋਰ ਪਾਸੇ ਚੱਲਦੀ ਹੈ। ਇਹ ਇਹੀ ਨਹੀਂ ਹੁੰਦਾ ਵੀ ਬੱਚਿਆਂ ਨੂੰ ਵਿਆਹ ਦਿਓ ਤੇ ਗੱਲ ਖਤਮ ਹੈ। ਇੱਥੇ ਗੱਲ ਨਹੀਂ ਮੁੱਕਦੀ ਹੁੰਦੀ। ਮਾਂ ਪਿਓ ਦੇ ਕੁਝ ਫਰਜ਼ ਹੁੰਦੇ ਨੇ ਆਪਣੇ ਬੱਚਿਆਂ ਪ੍ਰਤੀ। ਮਾਂ ਪਿਓ ਆਪਣੇ ਬੱਚੇ ਨੂੰ ਨਾ ਤੇ ਵੱਡਾ ਕਰ ਸਕਦਾ ਹੈ ਵੀ ਅੱਜ ਬੱਚਾ ਸੀ ਤੇ ਕੱਲ੍ਹ ਨੂੰ ਕਹਿ ਦੇਣ ਵੀ ਜਵਾਨ ਹੋ ਗਿਆ, ਇਹ ਵੀ ਨਹੀਂ ਕਰ ਸਕਦਾ। ਮਾਂ ਪਿਓ ਬੱਚਿਆਂ ਦੀ ਤਕਦੀਰ ਵੀ ਨਹੀਂ ਬਦਲ ਸਕਦਾ, ਕਿਸਮਤ ਨਹੀਂ ਬਦਲ ਸਕਦਾ, ਮੁਕੱਦਰ ਨਹੀਂ ਬਦਲ ਸਕਦਾ। ਮਾਂ ਪਿਓ ਬੱਚਿਆਂ ਦੇ ਨਹੀਂ ਬਦਲੇ ਜਾ ਸਕਦੇ। ਪਰ ਮਾਂ ਪਿਓ ਦੇ ਇਹ ਫਰਜ਼ ਹੁੰਦੇ ਨੇ ਕਿ ਜਨਮ ਤੋਂ ਲੈ ਕੇ ਉਹਨਾਂ ਨੂੰ ਸੰਸਕਾਰ ਦਿੱਤੇ ਜਾਣ, ਚੰਗੇ ਸੰਸਕਾਰ। ਆਪ ਤੋਂ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਬੋਲਣਾ, ਚੱਲਣਾ, ਦੇਖਣਾ, ਜੋ ਕੁਝ ਸਮਾਜ ਦੇ ਵਿੱਚ ਕਰਨਾ ਕੀ ਹੈ, ਇਹ ਸੰਸਕਾਰ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਦੇਣੇ ਹੁੰਦੇ ਨੇ। ਅਕਸਰ ਜਿਹੜੇ ਮਾਂ ਬਾਪ ਨੇ ਪੂਰਨ ਰੂਪ ਦੇ ਵਿੱਚ ਜਿਹੜੇ ਸੰਸਕਾਰ ਨੇ ਉਹ ਆਪਣੇ ਬੱਚਿਆਂ ਨੂੰ ਦੇ ਨਹੀਂ ਪਾਉਂਦੇ, ਕਿਉਂਕਿ ਮਾਂ ਬਾਪ ਬੱਚੇ ਨੂੰ ਉਦੋਂ ਸਮਝਾਉਣਾ ਕਰਦੇ ਨੇ ਜਦੋਂ ਜਵਾਨ ਹੋ ਜਾਂਦਾ, ਫਿਰ ਉਹ ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਕੁਝ ਫਰਜ਼ ਹੁੰਦੇ ਨੇ ਮਾਂ ਬਾਪ ਦੇ। ਮਾਂ ਬਾਪ ਬੱਚੇ ਨੂੰ ਇੱਕੋ ਦਮ ਜਵਾਨ ਨਹੀਂ ਕਰ ਸਕਦੇ, ਉਹਦੀ ਤਕਦੀਰ, ਉਹਦਾ ਮੁਕੱਦਰ ਨਹੀਂ ਬਦਲ ਸਕਦੇ। ਮਾਂ ਬਾਪ ਦਾ ਇੱਕੋ ਹੀ ਫਰਜ਼ ਹੁੰਦਾ ਵੀ ਚੰਗੇ ਸੰਸਕਾਰ ਆਪਣੇ ਬੱਚਿਆਂ ਨੂੰ ਦੇਣ। ਚੰਗੇ ਸੰਸਕਾਰਾਂ ਦਾ ਸਦਕਾ ਹੀ ਪਰਮਾਤਮਾ ਦੇ ਘਰ ਦੇ ਵਿੱਚ ਅਹੁਦੇ ਮਿਲਦੇ ਨੇ, ਦਰਜੇ ਮਿਲਦੇ ਨੇ। ਜਿਹੜੇ ਮਾਂ ਬਾਪ ਨੇ ਚੰਗੇ ਸੰਸਕਾਰ ਆਪਣੇ ਬੱਚਿਆਂ ਨੂੰ ਦਿੱਤੇ ਨੇ, ਜਿੱਥੇ ਮਾਂ ਆਪਣੇ ਬੱਚੇ ਦੀ ਪਾਲਣ ਪੋਸ਼ਣਾ ਕਰਦੀ ਹੈ,
ਉਹਦੀ ਸਾਂਭ ਸੰਭਾਲ ਕਰਦੀ ਹੈ, ਉੱਥੇ ਬਾਪ ਆਪਣੇ ਬੱਚੇ ਨੂੰ ਦੇਣ ਦੀ ਭਾਸ਼ਾ ਸਿਖਾਉਣ ਦਾ ਫਰਜ਼ ਅਦਾ ਕਰੇ। ਲੈਣਾ ਕਿਵੇਂ ਹੈ ਤਾਂ ਬੱਚਾ ਬਚਪਨ ਤੋਂ ਜਾਣਦਾ, ਦੇਣਾ ਕਿਵੇਂ ਆਪਣੇ ਕੋਲੋਂ, ਆਪਣੇ ਕੋਲੋਂ ਕੁਛ ਨਾ ਕੁਛ ਦੇ ਕੇ ਕਿਸੇ ਦੀ ਜ਼ਿੰਦਗੀ ਦਾ ਭਲਾ ਕਿਵੇਂ ਕਰਨਾ, ਇਹ ਬਾਪ ਆਪਣੇ ਫਰਜ਼ ਅਦਾ ਕਰੇ ਆਪਣੇ ਬੱਚਿਆਂ ਪ੍ਰਤੀ। ਦੇਣਾ ਕਿਵੇਂ ਹੈ, ਦੇਣਾ ਕਿਵੇਂ ਹੈ, ਲੈਣਾ ਕਿਵੇਂ ਹੈ, ਇਹ ਤਾਂ ਸਾਰਾ ਕੁਛ ਆਪਣੇ ਆਪ ਹੀ ਸਿੱਖ ਲੈਂਦੇ ਨੇ। ਦੇਣ ਦੀ ਭਾਸ਼ਾ ਜਿਹੜੀ ਹੈ ਉਹ ਬਾਪ ਦੇ ਫਰਜ਼ ਤੇ ਆ ਕੇ ਖੜ ਜਾਂਦੀ ਹੈ ਵੀ ਬਾਪ ਨੇ ਆਪਣੇ ਬੱਚਿਆਂ ਨੂੰ ਕੀ ਸਿਖਾਇਆ ਕਿ ਦੇਣਾ ਕਿਵੇਂ ਹੈ। ਪਰ ਬਾਪ ਆਪਣੇ ਬੱਚਿਆਂ ਨੂੰ ਦੇਣਾ ਕਿੱਥੇ ਸਿਖਾਉਂਦੇ ਨੇ, ਦੇਣਾ ਕਦੇ ਸਿਖਾਉਂਦੇ ਨੇ ਆਪਣੇ ਬੱਚਿਆਂ ਨੂੰ, ਨਹੀਂ ਨਹੀਂ, ਦੇਣਾ ਨਹੀਂ ਸਿਖਾਇਆ ਜਾਂਦਾ। ਇਹਨਾਂ ਨੂੰ ਤੇ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਪੂਰਨ ਰੂਪ ਦੇ ਵਿੱਚ ਲਾਹਾ ਲਓ। ਦੇਣਾ ਕਿੱਥੇ, ਕਿਹੜੇ ਬਾਪ ਨੇ ਕੀ ਸਿਖਾਤਾ ਦੇਣਾ, ਆਪਣੀ ਜ਼ਿੰਦਗੀ ਦੇ ਕੁਛ ਪਲ ਦੇ ਕੇ ਕਿਸੇ ਦੀ ਜ਼ਿੰਦਗੀ ਦਾ ਭਲਾ ਕਰਨਾ, ਇਹ ਬਾਪ ਦੇ ਫਰਜ਼ ਬਣਦਾ ਆਪਣੇ ਬੱਚੇ ਨੂੰ ਸਿਖਾਵੇ। ਆਪਣੇ ਕੋਲੋਂ ਧਨ ਦੇ ਕੇ, ਪਦਾਰਥ ਦੇ ਕੇ, ਕੁਛ ਨਾ ਕੁਛ ਆਪਣੇ ਕੋਲੋਂ ਦੇ ਕੇ ਕਿਸੇ ਦਾ ਭਲਾ ਕਰਨਾ, ਇਹ ਬਾਪ ਆਪਣੇ ਬੱਚੇ ਨੂੰ ਸਿਖਾਵੇ। ਔਰ ਮਾਂ ਬਾਪ ਦੇ ਫਰਜ਼ ਨੇ ਇਹ ਕਿ ਆਪਣੇ ਬੱਚਿਆਂ ਨੂੰ ਜਿੱਥੇ ਇੰਨਾ ਕੁਛ ਦਿੱਤਾ ਹੈ ਉੱਥੇ ਨਾਲ ਨਾਲ ਚੰਗੇ ਸੰਸਕਾਰ ਵੀ ਦਿੱਤੇ ਜਾਣ। ਕਈ ਲਾਣਿਆਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਘਰੇ ਦੇ ਵਿੱਚ ਪੁਰਾਤਨ ਸਮੇਂ ਤੋਂ ਲੈ ਕੇ ਸਿੱਖੀ ਚੱਲਦੀ ਆ ਰਹੀ ਹੈ। ਗਜਬ ਦੀ ਗੱਲ ਹੈ ਕਿ ਉਹਨਾਂ ਘਰਾਣਿਆਂ ਦੇ ਵਿੱਚ ਪਰਿਵਾਰਕ ਲੈਵਲ 'ਤੇ ਕੋਈ ਸਿਰ ਦੇ ਕੇਸ ਨਹੀਂ ਮਨਾਉਂਦਾ। ਹਜੇ ਤੱਕ ਵੀ ਬਹੁਤ ਗੁਰਸਿੱਖ ਪਰਿਵਾਰ ਇਹੋ ਜਿਹੇ ਹੈਗੇ ਨੇ ਸਮਾਜ ਦੇ ਵਿੱਚ ਜਿਨ੍ਹਾਂ ਦੇ 3-3 4-4 ਪੀੜ੍ਹੀਆਂ ਹੋ ਗਈਆਂ, ਕਿਸੇ ਨੇ ਸਿਰ 'ਤੇ ਕੈਂਚੀ ਨਹੀਂ ਲਵਾਈ ਅੱਜ ਤੱਕ। 3-3 4-4 ਪੀੜ੍ਹੀਆਂ ਹਜੇ ਤੱਕ ਵੀ ਪਰਿਵਾਰ ਇਹੋ ਜਿਹੇ ਹੈਗੇ ਨੇ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਮੁੱਢ ਤੋਂ ਲੈ ਕੇ ਸਿੱਖੀ ਚੱਲਦੀ ਆ ਰਹੀ ਹੈ। ਉਹਨਾਂ ਦੇ ਘਰਾਂ ਦੀ, ਕਿਉਂਕਿ ਜਿੱਥੇ ਜਿੱਥੇ ਉਹ ਆਪਣੇ ਹੋਰ ਫਰਜ਼ ਅਦਾ ਕਰਦੇ ਨੇ ਉੱਥੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਵੀ ਦਿੰਦੇ ਨੇ, ਉਹ ਵੀ ਬਚਪਨ ਦੇ ਵਿੱਚ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ। ਚੰਗੇ ਸੰਸਕਾਰ ਉਹੀ ਦੇ ਸਕਦਾ ਹੈ ਜਿਹਨੇ ਆਪ ਕਿਸੇ ਦਾ ਸਤਿਕਾਰ ਕੀਤਾ ਹੋਵੇ ਤੇ ਉਹੀ ਅਗਾਹਾਂ ਕਿਸੇ ਦਾ ਸਤਿਕਾਰ ਦੇਣਾ ਸਿਖਾ ਸਕਦਾ ਕਿਸੇ ਨੂੰ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪੰਗਤੀ ਹੈ ਕਿ ਤੇਰੇ ਕੋਲ ਸਾਰੀਆਂ ਸਭ ਕੁਝ ਹੋਵੇ ਪਰ ਜੇ ਤੇਰੇ ਕੋਲ ਤੇਰਾ ਪਤੀ ਨਹੀਂ ਹੈ ਤੇ ਖੁਸ਼ੀਆਂ ਅਧੂਰੀਆਂ ਨੇ ਤੇਰੀ ਜ਼ਿੰਦਗੀ ਦੀਆਂ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਪੰਗਤੀ ਹੈ, ਇਹ ਹੁਣ ਮਨੁੱਖ ਆਪਣੇ ਆਪ 'ਤੇ ਅੰਦਾਜ਼ਾ ਲਾ ਲੇ ਕਿ ਕਿੰਨਾ ਕੁ ਕਿਸੇ ਦਾ ਸਤਿਕਾਰ ਕੀਤਾ ਜਾਂਦਾ ਹੈ। ਬਾ ਕਮਾਲ ਸੀ ਸੁਦਾਮੇ ਦੀ ਘਰ ਵਾਲੀ ਦਾ ਜਵਾਬ ਇੱਕ ਬ੍ਰਾਹਮਣ ਨੂੰ, ਸੋਹਣੇ ਸੁਨੱਖੇ ਬ੍ਰਾਹਮਣ ਨੂੰ ਜਿਹੜੇ ਭਗਵਾਨ ਕ੍ਰਿਸ਼ਨ ਖੁਦ ਗਏ ਸੀ। ਉਹ ਕਹਿਣ ਲੱਗੇ ਭਾਵੇਂ ਮੇਰੇ ਕੋਲ ਕੁਛ ਵੀ ਨਹੀਂ, ਅੱਤ ਦੀ ਗਰੀਬੀ ਹੈ, ਖਾਣ ਵਾਸਤੇ ਕੁਛ ਨਹੀਂ, ਰਹਿਣ ਵਾਸਤੇ ਚੰਗਾ ਮਕਾਨ ਨਹੀਂ, ਪਰ ਬ੍ਰਾਹਮਣ ਕਹਿੰਦੇ ਤੂੰ ਸੋਹਣਾ ਸੁਨੱਖਾ ਹੋਵੇਂਗਾ, ਕਹਿੰਦੇ ਜਿਹੋ ਜਿਹਾ ਸੁਦਾਮਾ ਹੈਗਾ ਮੇਰੇ ਵਾਸਤੇ ਤੇ ਮੇਰਾ ਉਹੀ ਪਤੀ ਪਰਮੇਸ਼ਰ ਦੇ ਸਮਾਨ ਹੈ। ਮੇਰਾ ਸੁਦਾਮਾ ਤੇ ਮੇਰੇ ਕੋਲ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਾਮੀ ਭਰੀ ਹੈ ਇਸ ਗੱਲ ਦੀ। ਰੂਪੋ ਭੋਜਨ ਭੋਮ ਸੈਨ ਸਖੀ ਪਿਰ ਸੰਗ ਸੂਖ ਬਿਹਾਵੈ। ਐ ਸਖੀਏ ਤੇਰੇ ਸਾਰੇ ਦੇ ਸਾਰੇ ਸੁੱਖ ਤੇਰੇ ਪਿਰ ਤੇਰੇ ਪਤੀ ਦੇ ਕਾਰਨ ਕਰਕੇ ਤੇਰੀ ਝੋਲੀ ਦੇ ਵਿੱਚ ਪਏ ਨੇ। ਸਮਾਂ ਪਲਟ ਗਿਆ। ਹੁਣ ਦੀਆਂ ਔਰਤਾਂ ਤੇ ਕਹਿੰਦੀਆਂ ਨੇ, ਕਹਿੰਦੇ ਪਤੀ ਨੂੰ ਤੁਹਾਨੂੰ ਨਹੀਂ ਕਹਿੰਦੇ ਕਮਾਈ ਕਰਨੀ ਆਉਂਦੀ, ਅਸੀਂ ਕਮਾਈ ਕਰਦੀਆਂ। ਆ ਜਿਹੜਾ ਮਾੜਾ ਮੋਟਾ ਸਤਿਕਾਰ ਰਹਿੰਦਾ ਸੀ ਇਹ ਮੌਕੇ ਦੀਆਂ ਸਰਕਾਰਾਂ ਨੇ ਵੱਡੇ ਵੱਡੇ ਦਰਜੇ ਦੇ ਕੇ ਉਹ ਕਾਟੋ ਕਿਲਿਸ ਪਵਾਤਾ। ਹੈ ਕੋਈ ਇਹੋ ਜਿਹੀ ਔਰਤ ਜਿਹੜੀ ਕੇਵਲ ਤੇ ਕੇਵਲ ਆਪਣੇ ਪਤੀ ਨੂੰ ਕਹਿੰਦੀ ਹੋਵੇ ਜੋ ਤੂੰ ਘਰ ਵਿੱਚ ਲੈ ਕੇ ਆਵੇਂਗਾ
ਉਹੀ ਖਾ ਕੇ ਗੁਜ਼ਾਰਾ ਕਰਾਂਗੀ, ਵਰਨਾ ਮੈਂ ਭੁੱਖੀ ਸੌਂ ਜਾਵਾਂਗੀ, ਤੇਰੇ ਬਿਨਾਂ ਕਿਸੇ ਦੇ ਹੱਥੋਂ ਪ੍ਰਸ਼ਾਦਾ ਨਹੀਂ ਛਕਣਾ। ਅਜੋਕਾ ਸਮਾਂ ਸਾਰੇ ਦਾ ਸਾਰਾ ਬਦਲ ਕੇ ਇੱਕ ਪਾਸੇ ਚਲਿਆ ਗਿਆ। ਹੁਣ ਔਰਤਾਂ ਕਰਦੀਆਂ ਨੇ ਸਾਰਾ ਕੁਛ। ਇਹ ਕਹਿੰਦੇ ਤੁਸੀਂ ਤੇ ਤੁਹਾਨੂੰ ਕਮਾਈ ਨਹੀਂ ਕਰਨੀ ਆਉਂਦੀ, ਅਸੀਂ ਕਮਾਈਆਂ ਕਰਦੇ ਹਾਂ। ਕਮਾਈਆਂ ਕਰਦੀਆਂ ਨੇ, ਕਮਾਈਆਂ ਧਨ ਲੈ ਕੇ ਆਉਂਦੀਆਂ ਨੇ ਬਾਹਰੋਂ। ਚਲੋ ਹੁਣ ਮੈਨੂੰ ਮਾफ़ ਕਰ ਦਿਓ, ਗੱਲ ਚੱਲੀ ਹੈ, ਕੁਝ ਸਾਡੇ ਪੰਜਾਬ ਦੇ ਵਿੱਚ ਨਾ ਕੁਝ ਕੰਪਨੀਆਂ ਨੇ, ਉਹ ਪਤਾ ਕੀ ਕਹਿੰਦੇ ਨੇ ਘਰਾਂ 'ਚ ਆ ਕੇ, ਉਹ ਕਹਿੰਦੇ ਬੰਦਿਆਂ ਨੂੰ ਤਾਂ ਅਸੀਂ ਪੈਸੇ ਨਹੀਂ ਦਿੰਦੇ, ਅਸੀਂ ਤਾਂ ਔਰਤਾਂ ਨੂੰ ਗਰੁੱਪਾਂ ਦੇ ਰੂਪ ਦੇ ਵਿੱਚ ਪੈਸੇ ਦਿੰਦੇ ਹਾਂ। ਬਥੇਰੀਆਂ ਬੀਬੀਆਂ ਨੇ ਲੈਤੇ, ਬੜੀਆਂ ਭੱਜਦੀਆਂ ਵਿਚਾਰੀਆਂ। ਫਿਰ ਕਹਿੰਦੀ ਲੈ ਮਹੀਨੇ ਤੋਂ 100-200 ਰੁਪਇਆ ਕਿਸ਼ਤ ਹੀ ਹੈ, ਭਰੀ ਜਾਵਾਂਗੇ। ਬੜੀਆਂ ਭੱਜਦੀਆਂ ਨੇ, ਕਹਿੰਦੇ ਆ ਕਮਾਈਆਂ, ਤੇ ਮੁੜ ਕੇ 2, 4, 5, 10 ਮਹੀਨੇ ਦੇ 6 ਮਹੀਨੇ ਨਿਕਲਦੇ ਨੇ, ਬਾਅਦ ਦੇ ਵਿੱਚ ਉਹਨਾਂ ਨਾਲ ਲੜੀ ਜਾਂਦੀਆਂ ਰਹਿੰਦੀਆਂ। ਇਹ ਕੇਵਲ ਤੇ ਕੇਵਲ ਸਾਰਾ ਕੁਛ ਔਰਤਾਂ ਨੂੰ ਕਿਉਂ ਮਿਲਦਾ ਹੈ, ਬੰਦਿਆਂ ਨੂੰ ਕਿਉਂ ਨਹੀਂ ਮਿਲਦਾ? ਕਦੇ ਸੋਚਿਆ ਕਦੇ ਕਿਸੇ ਨੇ? ਸਰਕਾਰੇ ਦੁਆਰੇ ਤੁਸੀਂ ਜਿੱਥੇ ਮਰਜ਼ੀ ਜਾਓ, ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੋ, ਪਰ ਹਰ ਇੱਕ ਜਗ੍ਹਾ ਤੇ ਠੀਕ ਹੈ, ਮਾਣ ਸਤਿਕਾਰ ਹਰ ਇੱਕ ਜਗ੍ਹਾ ਤੇ ਮਿਲੇ ਔਰਤ ਜਾਮੇ ਨੂੰ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕੁਝ ਨਾ ਕੁਝ ਸਾਡੇ ਕੋਲੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, 1430 ਅੰਗ। ਤੇ ਇਹ ਥੋੜ੍ਹੀ ਹੈ ਵੀ 1430 ਅੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਗੱਲ ਕਹੀ ਜਾਂਦੇ ਵੀ ਤੂੰ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣ ਜਾ। ਇੰਨੀ ਗੱਲ ਨਹੀਂ ਕਹਿੰਦੇ ਮਹਾਰਾਜ ਇਕੱਲੀ, ਹੋਰ ਵੀ ਗੱਲਾਂ ਬਹੁਤ ਕੁਝ ਕਹਿੰਦੇ ਨੇ, ਹੋਰ ਵੀ ਬਹੁਤ ਕੁਝ ਕਹਿੰਦੇ ਨੇ। ਆ ਪੰਗਤੀ ਜਿਹੜੀ ਮਹਾਰਾਜ ਦੀ ਤੁਸੀਂ ਚੇਤੇ ਕਰ ਲਿਓ, ਇਹ ਅਸੀਂ ਭੱਜੇ ਤਾਂ ਫਿਰਦੇ ਰਹਿੰਦੇ ਹਾਂ, ਵਿਚਾਰੀਆਂ ਬੀਬੀਆਂ ਸਾਡੀਆਂ ਇੱਧਰੋਂ ਵੀ ਧਨ ਮਿਲ ਜਾਂਦਾ, ਉੱਧਰੋਂ ਵੀ ਬੜਾ ਕੁਛ ਮਿਲ ਗਿਆ, ਸਾਰਾ ਕੁਛ ਕਮਾਈ ਕਰ ਕਰਕੇ ਘਰ ਦੇ ਵਿਚਲੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੋ, ਮਹਾਰਾਜ ਕਹਿੰਦੇ ਜਿੱਥੇ ਤੇਰਾ ਚਿੱਤ ਕਰਦਾ ਹੈ ਉੱਥੋਂ ਹੀ ਧਨ ਲੈ ਲੈ, ਜੋ ਤੇਰਾ ਲੈ ਲੈ, ਪਰ ਤੇਰੇ ਪਤੀ ਬਿਨਾਂ ਤੇਰੀਆਂ ਖੁਸ਼ੀਆਂ ਅਧੂਰੀਆਂ ਰਹਿਣਗੀਆਂ, ਨਹੀਂ ਪੂਰੀਆਂ ਹੋ ਸਕਦੀਆਂ। ਇਹ ਕੋਈ ਮਨੁੱਖ ਤੇ ਕਹਿ ਨਹੀਂ ਰਿਹਾ, ਜਾਂ ਕੋਈ ਧਾਰਮਿਕ ਗ੍ਰੰਥ ਜਿਹੜਾ ਤੁਸੀਂ ਪੜ੍ਹਿਆ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੇ ਆ, ਤੁਸੀਂ ਸਹਿਜ ਪਾਠ ਤੇ ਅਖੰਡ ਪਾਠ ਰਾਈ ਸੁਣਦੇ ਹੋ। ਗੁਰੂ ਸਾਹਿਬ ਜੀ ਮਹਾਰਾਜ ਇਸ ਦਾ ਉਪਦੇਸ਼ ਦਿੰਦੇ ਨੇ। ਇਹ ਸਾਰਾ ਕੁਝ ਜਿਹੜਾ ਮਾੜਾ ਮੋਟਾ ਸਤਿਕਾਰ ਸੀ, ਉਹ ਕੁਝ ਸਰਕਾਰੀ ਲੈਵਲ ਤੇ ਕੁਝ ਪ੍ਰਾਈਵੇਟ ਲੈਵਲ ਤੇ ਔਰਤਾਂ ਨੂੰ ਸਹੂਲਤ ਦੇ ਕੇ ਇਹਨਾਂ ਨੇ ਸਾਰੇ ਦੇ ਸਾਰੇ ਘਰ ਸੀ ਜਿਹੜੇ ਉਹ ਆਪਣੇ ਕੰਟਰੋਲ ਦੇ ਵਿੱਚ ਕਰ ਲਏ। ਬਹੁਤ ਜਗ੍ਹਾ ਤੇ ਜਿੱਥੇ ਮਰਜ਼ੀ ਚਲੇ ਜਾਓ, ਸਰਕਾਰੇ ਦੁਆਰੇ ਤੁਸੀਂ ਕੋਈ ਜ਼ਮੀਨ ਜਾਇਦਾਦ ਦਾ ਕੰਮ ਹੋਵੇ, ਬੰਦੇ ਨੂੰ ਕਹਿ ਦੇਣਗੇ ਜੇ ਤਾਂ ਤੂੰ ਜ਼ਮੀਨ ਲੈਣੀ ਹੈ ਫਿਰ ਤਾਂ ਲੱਗੂ ਲੱਖ ਰੁਪਈਆ, ਤੇ ਜੇ ਆਪਦੇ ਘਰ ਵਾਲੀ ਦੇ ਨਾਂ ਕਰਵਾ ਦੇਂ ਫਿਰ ਸਾਧ ਦੇਂਗੇ 20,000 ਰੁਪਏ ਦੇ ਵਿੱਚ। ਉਹ ਪਰਿਵਾਰ ਨੂੰ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ, 80,000 ਰੁਪਈਆ ਬਚਦਾ, ਆਪਾਂ ਬਚਾ ਲਈਏ, ਔਰਤ ਦੇ ਨਾਂ ਹੋ ਗਈ। ਫਿਰ ਅਗਾਹਾਂ ਜਾ ਕੇ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹਾ ਜਿਹਾ ਸਮਾਂ ਬਦਲਦਾ, ਫਿਰ ਉਹ ਪਤੀ ਦਾ ਹਾਲ ਕੀ ਹੁੰਦਾ ਇਹ ਤੁਹਾਡੇ ਸਾਹਮਣੇ ਹੀ ਹੈ। ਹੁਣ ਮੈਥੋਂ ਸਾਰਾ ਕੁਛ ਤੇ ਨਹੀਂ ਤੁਸੀਂ ਅਖਵਾਉਣਾ। ਕਿਉਂ ਹੋ ਗਿਆ ਇਹ ਸਭ ਕੁਛ? ਕਿਉਂਕਿ ਕੇਵਲ ਤੇ ਕੇਵਲ ਦੁਨੀਆ ਧਨ ਦੇ ਮਗਰ ਲੱਗ ਗਈ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜਿਹਦੇ ਮਗਰ ਤੁਹਾਡਾ ਚਿੱਤ ਕਰਦਾ ਲੱਗ ਜਾਓ, ਪਰ ਅਕਸਰ ਖੜਨਾ ਕਿੱਥੇ ਪਊਗਾ? ਖੜਨਾ ਤੁਹਾਨੂੰ ਪੈਣਾ ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਨਹਾਰ, ਇੱਥੇ ਹੀ ਖੜਨਾ ਪਊਗਾ ਤੁਹਾਨੂੰ। ਸੁਦਾਮੇ ਦੇ ਘਰ ਵਾਲੀ ਨੇ ਬ੍ਰਾਹਮਣ ਨੂੰ ਕਹਿੰਦੇ ਤੂੰ ਸੋਹਣਾ ਹੋਏਗਾ, ਧਨਵਾਨ ਹੋਵੇਂਗਾ, ਆਪਣੇ ਘਰੇ ਹੋਵੇਂਗਾ। ਮੇਰੇ ਕੋਲ ਭਾਵੇਂ ਸੁਦਾਮੇ ਦਾ ਰੰਗ ਰੂਪ ਕੋਈ ਸੋਹਣਾ ਨਹੀਂ ਹੈ, ਘਰ ਮਕਾਨ ਉਹਦੇ ਕੋਲ ਨਹੀਂ ਹੈ, ਖਾਣ ਵਾਸਤੇ ਪਦਾਰਥ ਨਹੀਂ ਹੈ, ਪਰ ਬ੍ਰਾਹਮਣਾ ਤੂੰ ਆਪਣੇ ਘਰੇ ਚਲੇ ਜਾ, ਮੇਰਾ ਪਤੀ ਮੇਰੇ ਕੋਲ ਹੈ, ਮੇਰੇ ਵਾਸਤੇ ਉਹੀ ਪਰਮਾਤਮਾ ਦਾ ਹੈ। ਬਸ ਫਿਰ ਕੀ ਸੀ, ਬ੍ਰਾਹਮਣ ਦੇ ਰੂਪ ਦੇ ਵਿੱਚ ਗਏ ਭਗਵਾਨ ਕ੍ਰਿਸ਼ਨ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ ਸੁਦਾਮੇ ਦੇ ਘਰ ਵਾਲੀ ਦੀ ਇਹ ਗੱਲ ਸੁਣ ਕੇ। ਆ ਸਾਡੀਆਂ ਬੀਬੀਆਂ ਨੂੰ ਕੋਈ ਕਹਿ ਦੇ ਵੀ ਤੁਹਾਨੂੰ ਲੱਖ ਰੁਪਇਆ ਲੋਨ ਦੇ ਦਿੰਦੇ ਆ, ਕੋਈ ਕਹੂਗੀ ਮੈਂ ਆਪਦੇ ਪਤੀ ਨੂੰ ਘਰ ਵਾਲੇ ਨੂੰ ਪੁੱਛ ਲਾਂ ਜਾਂ ਮੈਂ ਉਹਨੂੰ ਡੀਕ ਲਾਂ, ਮੰਡੀ ਗਿਆ ਹੋਇਆ, ਜਮਾ ਨਹੀਂ ਕਹਿੰਦੀਆਂ, ਨਾਲ ਦੀ ਨਾਲ ਕਹਿੰਦੀਆਂ ਲਿਆ ਦੇ, ਲੱਗ ਜਾਂਦੇ ਨਾ। ਇਹ ਸਪੈਸ਼ਲ ਸ਼ਬਦ ਤੁਹਾਡੇ ਵਾਸਤੇ ਆ, ਅੱਜ ਕੁਦਰਤੀ ਸਾਹਮਣੇ ਆ ਗਿਆ। ਚਲੋ ਮੇਰੇ ਤਾਂ ਫਰਜ਼ ਬਣਦਾ, ਮੈਂ ਤੇ ਫਰਜ਼ ਅਦਾ ਕਰਨਾ ਹੈ ਆਪਣਾ, ਮੰਨਣੀ ਨਾ ਮੰਨਣੀ ਤਾਂ ਅਗਲੇ ਤੇ ਗੱਜ ਖੜੀ ਹੈ। ਪਰ ਜੇ ਕੋਈ ਅੱਜ ਦੇ ਸਮੇਂ ਦੇ ਵਿੱਚ ਕੀ ਸੁਦਾਮੇ ਦੇ ਘਰ ਵਾਲੀ ਵਾਂਗੂ ਕੋਈ ਜਵਾਬ ਦੇ ਦੂ ਪਤਨੀ
कि मेरा पति आऊगा, जे उन्हें हामी भरी मैं वो तो पुछ के उहदी आग्या तो बिना मैं नहीं कुछ लेना। पर नहीं, साडे घर दे विच कोई ना आवे चाहे ना आवे, असीं ते खुद भज भज के उन्हां दे कोल जाने कि सानूं धन मिल जाए। फिर गुरु ग्रंथ साहिब जी महाराज ने स्पैशल शब्द बीबियां वास्ते है। एक दो गल्लां ही नहीं, गुरु ग्रंथ साहिब जी महाराज कहते 1430 अंग ने महाराज दे साडे कोले। सारियां गल्लां जिहड़ी मर्जी गल मैं वारी वारी कथा दे विच बहुत वारी गल तो सचेत करदा हुन्ना कि जिहड़ी भी गल दा तुहानूं शंका लगे कि दुनियादारी दे विचों इहदी समझ नहीं आउंदी, तुसीं देग बनायो, अरदास करियो, हुक्म लिओ, गुरु ग्रंथ साहिब जी महाराज तुहानूं हुक्मनामे दे विच सारी तुहाडी गल दा तत्त कढ के तुहाडे सामने रख देणगे। नाल तुहानूं दस देणगे कि इस रस्ते पै जा, भज ला जिधर भजना है, मुड़ के तैनूं फिर इत्थे आउणा पैणा। हुण भावें तां अज आखे ला के इत्थे रुक जा, ते भावें थोड़ी वाट दोरी करके थक हक के फिर इत्थे आ जी। गल ते फिर आउणा तां अपने घर दे विच ही पैणा ना, वापस मुड़ के। तो सारे दे सारे बड़े भजदे ने, बड़े भजदे ने। हर एक जगह ते जिहड़ा है वो थोड़े समय दे विच फिर जिहड़ा है वो जदों जमीन जायदाद घर-बार दी मालक औरत बन जाती है, तो फिर उस तो बाद जिहड़ा है उन्हां नूं आसान तरीके दे नाल सरकार दीआं एजेंसियां तंग परेशान करदियां ने, ते आसान तरीके दे नाल वो साडे घरां नूं बर्बाद करदियां ने। वारी वारी नोट कर लो, जो तुहानूं घरे आके मिलदा है उहदे विच कुछ ना कुछ राज छुपिया होया है। चलो मैं इस तो अगे होर कुछ नहीं, क्योंकि समाप्ति का मेरा समा हो गया। गुरबाणी की पंक्ति याद रखन, रूपो भोजन भूम सैन सखी पिर संग सुख बिहावै। इक्को गल दे विच गुरु ग्रंथ साहिब ने गल निमेड़ती, पति तो बिना जो तुसी करना लख वारी करियो, पर वो तो बिना तुहाडियां खुशियां अधूरियां ने। बिना पति तो किसी की खुशी पूरी नहीं हो सकती। भगवान कृष्ण के पैरों थलों जमीन खिसक गई भी सुदामे के घर वाली एडा वचन किया, फिर अगाहां चले गए। देख लिया उहदा सिदक। जदों भगवान कृष्ण जी बैठे तो उन्हें चौल दिते ना, सुदामा कहन लग्या जी मैं चौल लेके आया। भगवान कृष्ण कहंदा उहदे स्कूल च बैठा दे दिंदा, उहदे नहीं ठीक सी, अज भी तो आई है। ये मेरे खाधे सी ना उहदे, ये उदे मेरे खाधे सी। अज शदाई होके अत दा गरीब होके अज भी तो मुठ चौलों की लेके आए हैं। जो उदे मैनूं दिखा के ते मेरे नाल वंड के खा लैंदा, उदे नहीं ठीक सी। मेरा हक तू खाधा, पर लैके किधर गया, मुड़ घुड़ के फिर मैनूं देना पै गया तैनूं। जे उदे दे दिंदा सौखा रहिंदा, अज अत दी गरीबी कारण करके आया, अज बड़ा दुखी होके देन आए। देने पैने ने, देना पैना है। कर्म मिलावनहार। भगवान कृष्ण ने चौल कढ़े ते खान लग गए। हुण राजे कच्चे चौल खान ते राणियां भी आ गई। वो कहंदे भगवान कृष्ण जी तुसीं कच्चे चौल खाने हो, पहली गल तां कच्चे चौल खाने नहीं सी, इन्हां नूं भुन के खा लो। दूजा वचन कहंदे तुसीं आप ही दा कहने हुण वंड के खाना चाहिए, तुसीं आप कल्ले ही खाई जाने हो। फिर भगवान कृष्ण ने उत्थे वचन कहा सी एक। भगवान कृष्ण कहन लगे आ जेड़े कच्चे चौल मैं खाई जाना ना, ये चौल केवल ते केवल मेरे इकल्ले दे ने, तुहाडा इहदे विच कुछ नहीं है। ये केवल ते केवल मेरे इकल्ले दे ने। मैं इनू इस इकल्ला इस करके खा रहा क्योंकि केवल मेरे ने। मेरा हक इन्हें सुदामे ने खाधा सी, अज मेरा हक देने वास्ते आया। दूजा भगवान कृष्ण ने दूजा वचन किया, कहंदे जे तुसीं ये चौल खा भी ले ना, जेड़ा ये चौलों का स्वाद मैनू आया वो स्वाद थोनू नहीं आना। बोलो सतनाम। कच्चे चौल चबने, जेड़ा स्वाद इन्हां चौलों का मैनू आया वो तुहानू नहीं आना, क्योंकि मेरे मित्र दा इस दे विच प्यार छुपिया होया है। ये भगवान कृष्ण ने वचन कहे सी। गुरु साहिब जी महाराज कहते ने भगवान कृष्ण कहते सुदामिया जे उहदे दे दिंदा चंगा ना रहिंदा। अज गुरु ग्रंथ साहिब जी महाराज दे विच शब्द है अकाल पुरख महाराज दा,
हर मिलने नूं मन लोचदा, कर्म मिलावनहार। ये कर्म ने आपो अपने, कदे भी भुल के जिंदगी दे विच कदे किसी दा कुछ छुपा के ना रख लेना। देना फिर पैना, भावें तो कोई सीधे हथ ना दे दे ते भावें दे दे कोई पुट्ठे हथ ना, ते छुपा के तो असीं रखते हैं, छुपा के तो असीं रखते हैं। असीं उन्हां दा तां नहीं कदे कुछ छुपाया, जिहड़े कोई बेचारे नच्चण गाउण वाले हुंदे ने उन्हां नूं तां असीं कह दिंदे नहीं नहीं कोई गल नहीं, तू एक दिन दा 2 लाख रुपया की मंगदा है, 2 लाख की थां तू 3 लाख चकी, पर गाउण वाले नज़ारे लिया दे। हो गया वध लाख रुपया, उन्हां दा तां हक नहीं ना रखिया किसी ने, उन्हां दा हक तां नहीं रखिया। पाठी नूं कहणगे ये प्रबंधक भी पता नहीं किहे जिहा, कहंदे बाहली भेटा करती सहज पाठ दी। इन्ने पैसे पाठी ने की कीता, कहंदे कथावाचक ने की कीता, कीर्तन वाले ने की कीता, घंटा तो सारा लाया। तो ਜਿਹੜੇ नच्चण गाउण वाले आउंदे ने, ਉਹ ਕਿਹੜਾ ਤੁਹਾਡੇ वास्ते साल साल बैठे ਰਹਿੰਦੇ ने, 3 घंटिਆਂ ਦਾ ਖਾੜਾ ਲਾ ਕੇ 5 ਲੱਖ रुपया ਲੈ ਜਾਂਦੇ ਨੇ। ਉਹਨਾਂ ਨੇ ਤੁਹਾਡੀਆਂ ਜੜਾਂ ਪੱਟਣੀਆਂ, कथावाचक ने रागियां ढाडियां ने थोड़ियां जड़ां लाउणियां। हुण मर्जी बंदे ते खड़ी है कि अपनियां जड़ां पटवाउणियां जां अपनियां जड़ां किसी ने लवाउणियां। माफ़ करना, सारे मैं किसी गाउण वाले दे विरोध दे विच नहीं आ, गाउण वालियां दे विच भी बड़े बहुत चंगे सूझवान पढ़े लिखे धार्मिक ग्रंथां दे ज्ञाता बहुत वधिया बंदे ने, इहो जी कोई गल नहीं है उन्हां दे विच, मैं किसी दा विरोधी नहीं आ। पर उत्थे जाके दुनिया धन सुटदी है, इत्थे कहणगे थोड़ा समा ते होया, इत्थे 100-100 200-200 रुपये की खातर किरस करी जाणगे। कहंदे इन्हां नूं कथावाचकां नूं की है, कहंदे चलो घंटा क लवाउणा है, पर चेते रखियो, चेते रखना जिथों इस जगह तो जड़ां लगणियां ने, जड़ां। साडी बच्ची दा विआह होवे, आनंद कारज तां हुंदे ने ना, जड़ तो उदों लगती है ना जो आनंद कारज होवे, बिना जड़ तो कोई गाउण वाला तो जड़ नहीं ना लाउंदा बेचारा। पर उत्थे असीं इधरों असीं बिल्कुल किरस करदे हां, उधर असीं अपना हक जिहड़ा है एक दा हक खो के दूजे नूं दिंदे हां। फिर कहणगे जी दुखां तकलीफां बहुत आउंदियां ने, आउणियां ने, हर एक दी जिंदगी दे विच आउणियां ने। जिहड़ा किसे दा हक है कर्म मिलावनहार, गुरबाणी ने फैसला किया भी सज्जना देना तो तैनूं पैना है, देना तो तैनूं पैना है। जिवें माँ अपने बच्चे नूं नहीं कहती भी बेटा स्कूल तो तैनूं जाना पैना है, भावें तो परौंठे लै जा ते हस के स्कूल वग जा, ते भावें छत्तर खा के वग जा बिना परौंठियां तो, जाना तो तैनूं पैना स्कूल। यही हाल है, देना तो पैना है, हक तो देना पैना है उसका, भावें हस के दे दे ते भावें सदामे वांगू सदाई होके दे दे, जिमें तेरा चित्त करदा उवें उवें कर। असी कहने नहीं नहीं इधर उधर हक देना है जिहड़ा उधरले पासे नूं दुनिया का जिहड़ा वो ज़्यादा झुका हो गया, झुका हो गया उधर नूं ज़्यादा दुनिया का। उत्थे तां दुनियादारी दे विच होर तां होर ये नच्चण गाउण वाले जदों लगे रहिंदे ने ना ब्याह वाले दिन, भावें अद्धी रात तक लगे रहन, पर यह थोड़े ही है भी कोई साडा बंदा घरे आ जाऊगा, जमा नहीं आउंदे, उत्थे ही रहणगे उन्ना चिर जिन्ना चिर लगे रहन। ते कथा कीर्तन के मामले च संगत करदे करदे सोची जाणगे भी जे बाबा बंद हो जे तो किते ये ना होवे साडी खीर ठर जे, ये तो हटदा ही नहीं, यही सोची जाणगे। उत्थे तां नहीं कदे सोचा होना भी साडे घरे बच्चे कल्ले ने, असीं घरे भी जाइए सही सलामत टाइम दे नाल घरे उपड़ जाइए, सलामी देती, भोजन पानी छक लिया, मतलब ही नहीं कोई बंदा समय दे नाल घरे आ जाए, अद्धी रात घरे वड़नगे ते इत्थे आके कहणगे नहीं समा बहुत लग गया। बथेरे इहो जे हैगे ने बेचारे जिहड़े इन्हां गल्लां तक ही खाण पीण तक ही सहमत रह गए ने, वो बस अखंड पाठ हो गया जी, सहज पाठ हो गया,
लंगर लाया, 5-7 जाणिਆਂ ने बना लिया, 10-15-20-50 जाणिਆਂ ने छक लिया, खा के कहते जी खंड पाठ हो गया, खंड पाठ हो गया, भोग पै गया, भोग पै गया। लै तू की लैके आया उतों, लैके की आया? भोज नहीं छकिया एक डंग का, तो उहदे घर दे विच भी तेरे बनदा सी। इत्थों तक ही सहमत रह गया सारा कुछ। उहदा सानू पता नहीं है भी भोग दे सलोक कित्थे गुरु ग्रंथ साहिब महाराज विच दर्ज होए, किहने दर्ज कीते, नौवें पातशाह ने क्यों उचारण कीते, उन्हां दा मतलब की सीगा, इस गल का कोई पता नहीं। भोग पै गया, भोग पै गया, भोग पै गया, चलो जी खा के खीर आपो अपने घरां दे विच जाके सौं गए, गल खत्म। इत्थों तक ही सहमत रह गया। गुरु ग्रंथ साहिब जी महाराज कहते ने इत्थे वो समग्री इकट्ठी कर जेड़ी तेरे मरण तो बाद भी तेरे नाल जावे, उस तो बाद भी तेरा साथ ना छड्डे महाराज कहते। पर इत्थे जे कह दीए जी घंटा भोग ते कथा कर, ना ना फिर तो 10, 10:30, 11 बज जाणगे। उदों तो संगत नूं भुख वाली लगी आउंदी हुंदी है। संगत नूं काहतों भुख लगी हुंदी आ, आप ही एक डंग दा पहलां भोजन नहीं छकिया हुंदा, भुख दा पुत्त आप नूं लगी हुंदी है। भुख संगत नूं काहतों लगी हुंदी है, ये तो पता ही हुंदा है सारिआं नूं। गुरु साहिब जी महाराज सुचेत करदे ने, जिथे जिथे गुरबाणी पढ़नी, गुरबाणी सुननी और नाल नाल गुरबाणी दा प्रचार जिहड़ा है, इहदे विचों ही सारा कुछ पता लगना है। प्रचार दे विचों पता लगना बहुत सारिया गल्लां। अज गुरु का शब्द अपने सामने आ गया, ये पहले अज तक नहीं सामने आया सी। गुरु साहिब जी महाराज का शब्द जिहड़ा है स्पैशल बीबियां वास्ते जिहड़ा महाराज जियां ने ये उचारण किया है कि रूपो भोजन भूम सैन सखी पिरो पिर सुख बिहावै। गुरु ग्रंथ साहिब जी महाराज का बड़ा सुचज्जा शब्द महाराज का अज साडे सामने आया है। असी इत्थों तक सहमत नहीं रहना भी मत्था टेको, धन दिओ, पदार्थ दिओ, लंगर दे विच भोजन पानी छक लो ते घरे जाओ। नहीं, कोई ना कोई गल दा मतलब ते पता होवे। ये सारा कुछ लगना है प्रचार दे विचों पता, ते प्रचार वास्ते सानू जिहड़ा है टाइम कढ़ना पैना है। गुरु साहिब जी महाराज सुचेत करते हैं, हर एक पक्ष तो सुचेत करते हैं बंदे नूं, हर एक पक्ष तो, ताकि किसी भी प्रकार की दुविधा जिहड़ी है वो मनुख दे अंदर ना रहे। तो हुण तो मनुख फसे ही दुविधा दे विच होया, ये दुविधा दे विच है बेचारा, हर एक जगह ते इनू बड़े प्रकार की दुविधा ने खाधा होया, बड़े प्रकार की दुविधा है। तो गुरु साहिब जी महाराज कहते ने जो भी तू करें ये तैनू सारा कुछ प्रचार दे विचों पता लगना है। प्रचार दा सदका तेरियां जड़ां जड़ियां ने वो धरती दे विच लगियां रहनियां ने। हुण मर्जी तेरे ते खड़ी है भी तू धरती तो जड़ां पट के अपनियां पुट्ठियां करनियां चाहुंदा जां प्रचार सुन सुन के अपनियां जड़ां तू होर डूंघियां ते मजबूत करनियां चाहुंदा। मर्जी हुण तेरे ते खड़ी है। असी जड़ां तां पट पट के आपदियां पुट्ठियां कर लईआं, हजे औलाद नूं लांभे देई जावांगे। कहंदे जी बच्चे माड़े निकल गए, बच्चे क्यों माड़े निकल गए, तू किहो जिहा सी? जड़ां ते तू अपनियां पट्टियां होईआं ने। तू कदे प्रचारक कोले बैठे, कदे धार्मिक ग्रंथ कोई पढ़िया, कदे सुखमनी साहिब दा पाठ घरे करिया? तू की करदा रहे? प्रचार दे कोले नहीं। प्रचार दे प्रचारक दे लैवल ते तां दुनिया जिहड़ी बहुत है, ये बहुत आसान तरीके दे नाल अगाह लंघ जाती है। प्रचार दे लैवल ते प्रचार के सानू बाहर मिलते हैं, जो किते भोगां ते जाने ना कथा कीर्तन करना, उहदे विच एक सच्चाई हुंदी है। जदों बाहर अंदर 2-4 जाने सानू पहलां मिल जाते हैं, बाबा जी आ जाओ चाह पानी छक लो। असी भी जाने नित दुनिया के विच विचरदे, उत्थे पता लगता है। एक गुरमुख प्यारे मैनू मिले, 1 मिनट विच मैं समाप्ति भी करा। वो कहंदे बड़ा सत्कार किया मेरे गए दा, कीर्तन करन वास्ते गया, 2-4 मेरे नाल सिंह बड़ा सत्कार करे। वो कहंदे बाबा जी कहंदे बहुत सत्कार करते हैं ये। कहंदे मैं कहा सत्कार नहीं करते, सच कुछ होर छुपिया विचों। कहंदे होर की होना, इन्ना वधिया तां सत्कार किया, किन्ना वधिया प्रशादा पानी विचारे पुछदे ने, चाह पानी। मैं कहा सच्ची गल कोई होर है विचों। मैनू चाह पानी छका के कहन लगे ना बाबा जी, कहंदे ना साडे एक रिवाज है। मैं कहा की है? कहंदे जिहड़ा कोई मरग दा भोग होवे 12:20 ते आनंद साहिब पाठ शुरू कर लिओ, 12:25 ते अरदास शुरू हो जू, 12:30 नूं अरदास हो जू, 1:45 देग वरत जू। साडे कहंदे इत्थे ऐदों वध टाइम नहीं। मैं कहते इन्होंने आ गल कहनी सी, इन्होंने
ਵੀ ਤੁਸੀਂ ਸਮਾਪਤੀ ਟਾਈਮ ਨਾਲ ਕਰ ਦਿਓ, ਅਸੀਂ ਸਹਿਜ ਪਾਠ ਦੀ ਖੰਡ ਪਾਠ ਦੀ ਭੇਟਾ ਲੈ ਕੇ ਆਪਣੇ ਘਰਾਂ ਨੂੰ ਜਾਣਾ ਹੈ। ਸੱਚ ਕੁਝ ਹੋਰ। ਜਦੋਂ ਲੱਗੇ ਰਹਿੰਦੇ ਆ, ਫਿਰ ਕਹਿੰਦੇ ਜੀ ਇਹ ਪ੍ਰਚਾਰਕ ਠੀਕ ਨਹੀਂ। 1:45 ਕਰਤਾ, 1 ਵੱਜ ਗਿਆ ਵੀ ਪ੍ਰਚਾਰਕ ਲੈਵਲ 'ਤੇ ਜਿਹੜੇ ਸਾਡੇ ਵਾਲੇ ਨੇ ਨਾ, ਇਹ ਵੀ ਪ੍ਰਚਾਰ ਤੋਂ ਭੱਜਦੇ ਨੇ, ਦੌੜਦੇ ਨੇ। ਇਹ ਵੀ ਕਿਵੇਂ ਨਾ ਕਿਵੇਂ ਪ੍ਰਚਾਰ ਘੱਟ ਹੋਵੇ, ਅਸੀਂ ਮਰਗ ਦੇ ਭੋਗ 'ਤੇ ਸ਼ਰਧਾਂਜਲੀਆਂ ਦੇ ਜੀ। ਆਹ ਸ਼ਰਧਾਂਜਲੀਆਂ ਦੇਣ ਵਾਲੇ ਬਹੁਤ ਹੁੰਦੇ ਨੇ। ਜੇ ਕਦੇ ਕੋਈ ਆ ਜੇ ਨਾ, ਇਹਨੂੰ ਸ਼ਰਧਾਂਜਲੀ ਜਿਹਨੂੰ ਬੰਦ ਕਰਿਆ ਕਰੋ। ਐਵੇਂ ਨਾ ਕਿਸੇ ਨੂੰ ਕਿਹਾ ਕਰੋ ਵੀ ਸ਼ਰਧਾਂਜਲੀ ਦਾ। ਜਦੋਂ ਪ੍ਰਚਾਰ ਹੋ ਗਿਆ, ਗੁਰੂ ਸਾਹਿਬ ਦੀ ਵਿਆਖਿਆ ਹੋ ਗਈ, ਕਥਾ ਹੋ ਗਈ, ਕੀਰਤਨ ਹੋ ਗਿਆ, ਅਰਦਾਸ ਹੋ ਗਈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਆ ਗਿਆ, ਫਿਰ ਵੀ ਕਹਿੰਦੇ ਅਸੀਂ ਸ਼ਰਧਾਂਜਲੀ ਦੇਣੀ ਹੈ। ਬੰਦਾ ਕੌਣ ਹੁੰਦਾ ਕਿਸੇ ਨੂੰ ਸ਼ਰਧਾਂਜਲੀ ਦੇਣ ਵਾਲਾ? ਉਹਨੂੰ ਕਹਿ ਦਿਓ ਚੰਗਾ ਫਿਰ ਸ਼ਰਧਾਂਜਲੀ ਦੇਣੀ ਹੈ, ਅੱਧਾ ਘੰਟਾ ਸ਼ਰਧਾਂਜਲੀ ਦੇ। ਉਹਨਾਂ ਨੇ ਰੱਟ ਲਾਈ ਹੁੰਦੀ ਹੈ ਆਪਣੀ ਸ਼ਰਧਾਂਜਲੀ ਦੀ। 2-4 ਗੱਲਾਂ ਇੱਧਰ ਦੀਆਂ, 5-7 ਇੱਧਰ ਦੀਆਂ ਗੱਲਾਂ। ਇਹ ਜੀ ਸਾਨੂੰ ਪੰਥ ਨੂੰ ਘਾਟਾ ਪੈ ਗਿਆ, ਸਾਨੂੰ ਫਲਾਣੇ ਨੂੰ ਘਾਟਾ ਪੈ ਗਿਆ, ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਇਹੋ ਜਿਹੀਆਂ ਗੱਲਾਂ 5-7 ਕਹਿ ਕੇ 5-7 ਮਿੰਟਾਂ ਬਾਅਦ ਉਹ ਪ੍ਰਚਾਰ ਬੰਦ ਕਰ ਦਿੰਦੇ ਆ। ਕਦੇ ਕਿਸੇ ਨੂੰ ਸ਼ਰਧਾਂਜਲੀ ਨੂੰ ਕਹਿ ਦਿਓ ਕਿ ਅੱਧਾ ਘੰਟਾ ਸਾਡੇ ਬਾਪੂ ਨੂੰ ਸ਼ਰਧਾਂਜਲੀ ਦੇ ਕੇ ਜਾ, ਕੱਖ ਨਹੀਂ ਬੋਲ ਸਕਦਾ, ਉਹਨੂੰ ਬੋਲਣਾ ਨਹੀਂ ਆਉਂਦਾ। ਤੋ ਇਹ ਜਿਹੜਾ ਹੈ ਪ੍ਰਚਾਰ ਵਾਲੇ ਪਾਸਿਓਂ ਅਸੀਂ ਬਹੁਤ ਜਿਹੜਾ ਹੈ ਭੱਜ ਰਹੇ ਹਾਂ। ਜਿਹੜੇ ਪ੍ਰਚਾਰ ਨੇ ਸਾਡੀਆਂ ਜੜ੍ਹਾਂ ਡੂੰਘੀਆਂ ਤੇ ਮਜ਼ਬੂਤ ਕਰਕੇ ਲਾਉਣੀਆਂ ਸੀਗੀਆਂ, ਉਧਰ ਜ਼ਿਆਦਾ ਭੱਜਦੇ ਹਾਂ ਜਿੱਧਰੋਂ ਸਾਡੀਆਂ ਜੜ੍ਹਾਂ ਹੋਛੀਆਂ ਹੋਣੀਆਂ ਨੇ ਅਤੇ ਜੜ੍ਹਾਂ ਹਮੇਸ਼ਾ ਸਾਡੀਆਂ ਪੱਟੀਆਂ ਜਾਣੀਆਂ ਨੇ। ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ, ਕਿਉਂਕਿ ਤੁਸੀਂ ਵੀ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਸਾਰੇ ਸੁੱਖਾਂ ਦੁੱਖਾਂ ਦੇ ਵਿੱਚ ਜਾਂਦੇ ਆਉਂਦੇ ਰਹਿੰਦੇ ਹਾਂ। ਸਾਨੂੰ ਇਹਨਾਂ ਗੱਲਾਂ ਦਾ ਚੰਗੀ ਤਰ੍ਹਾਂ ਪਤਾ ਹੈ। ਜਿਹੜਾ ਬੰਦਾ ਤੁਹਾਨੂੰ ਸੰਗਤ ਦੇ ਵਿੱਚ ਘੰਟਾ ਸੰਗਤ ਕਰਕੇ ਕਹੇ ਕਿ ਬਾਬੇ ਨੇ ਬੜਾ ਟਾਈਮ ਲਾਤਾ, ਕਦੇ ਵਿਆਹ ਦੇ ਵਿੱਚ ਉਹਨੂੰ ਮਿਲ ਲਿਓ। ਜੇ ਰਾਤ ਦੇ 12 ਵਜੇ ਤੱਕ ਵੀ ਗਾਉਣ ਵਾਲਾ ਲੱਗਾ ਰਿਹਾ ਤੇ ਉਹਨੇ ਘਰੇ ਨਹੀਂ ਵੜਨਾ, ਅੱਧੀ ਰਾਤ ਵੜੂਗਾ। ਤੇ ਜਦੋਂ ਵੜਿਆ ਉਦੋਂ ਉਹਨੇ ਭੂਤ ਪ੍ਰੇਤਾਂ ਵਾਂਗੂ ਸੁੱਤੇ ਹੋਏ ਜਵਾਕਾਂ ਨੂੰ ਵੀ ਜਗਾ ਦੇਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਮੈਂ ਸਮਾਪਤੀ ਦਾ ਸਮਾਂ ਜ਼ਿਆਦਾ ਲੈ ਗਿਆ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।